सिमर 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 नाम जीवा, तन मन होए निहाला। चरण कमल तेरे तोए तोए पीवा। मेरे सतगुर दीन दयाला। वाहिगुरु साहिब जीओ। तेरे कवन कवन गुण कह कह गावां। तू साहिब गुणी निधाना। तुमरी महिमा बरन ना सकूं। तू ठाकुर ऊंच भगवाना। ज्यों बुलावह त्यों बोलह स्वामी। कुदरत कवन हमारी साध संग नानक जस गायो। जो प्रभ की अत प्यारी जस गायो। जो प्रभ की अत प्यारी। परम सन्मान योग राजान राज भानान भान देवान देव उपमा महान। करण कारण पतित पावन भगत वत्सल कृपा निधान सच्चे पातशाह धन गुरु ग्रंथ साहिब महाराज जी दे चरण शरण विच जुड़ बैठे गुरु सवारी साध संगत जीओ वडभागी हो, जो कि अज दे विशेष समागमां विच चोपड़ा परिवार वालों जो हर महीने की तरह रात के विशेष दीवान सजदे हैं। सारे ही गुरु ग्रंथ साहिब महाराज के चरणों में जुड़ बैठ करके कलयुग में कीर्तन प्रधाना गुरमुख जपिया लाए ध्याना। बड़ी एकाग्रता दे नाल गुरबाणी कीर्तन सारिਆਂ ने श्रवण कीते हैं। भाई साहब शब्द गायन कर रहे सन। यह सागर सोई तरह जो हर गुण गाए। साध संगत कै संग वसै वडभागी पाए। आओ इस बचन के विचार नाल जुड़िए। आरंभता तो पहला मर्यादा अनुसार गुरु साहिब का हुक्म है रहतनामिਆਂ विच के आगे आवत सिंह जो पावै। वाहिगुरु जी की फतेह बुलावै। गुरु की बख्शी फतेह प्रवान करो। आखो वाहिगुरु जी का खालसा वाहिगुरु जी की फतेह। शब्द विच महाराज ने जो सिद्धांत बख्शिश किया उस विच इस संसार सागर नूं पार करन दी गल कीती है। ते गुरबाणी का एक असूल है कि उस विच केवल सवाल नहीं रखे जाते, सवालों के जवाब भी ने। महाराज ने यह नहीं कहा कि संसार सागर नूं पार करना जरूरी है जिवें मर्जी करो, क्योंकि फिर पार करने के कई तरीके ने। कोई किश्ती में चला जाए, कोई फैसला कर ले मैं तैर के पार करांगा, कोई ये सोच ले मैं जहाज की इंतज़ार करांगा भी कोई जहाज आवे उहदे च बैठांगा फिर सागर पार करांगा। कोई सोचे भी मैनू तो पानी तो डर लगता मैं पार करना ही नहीं है, क्योंकि गल सागर दी है। क्यों सागर विच कई तरह के खतरे ने, सागर विच लहरां भी उठदियां ने, होर भी कई चीज़ां हन। जिवें बाणी ही कहती है कि लोभ लहर अत नीचर बाजै काया डूबै केसवा। इस संसार की जो हालत है ये कई प्रकार दीयां लहरां उठदियां ने।
ਜ਼ਰੂਰੀ ਨਹੀਂ ਕਿ ਹਰ ਬੰਦਾ ਪਾਰ ਹੋ ਜਾਏਗਾ। ਔਰ ਮਨ ਮਰਜ਼ੀ ਦਾ ਤਰੀਕਾ ਅਗਰ ਸਾਗਰ ਦੇ ਸਾਹਮਣੇ ਅਪਣਾਇਆ ਜਾਏ ਤੇ ਸਾਗਰ ਇੱਕ ਕੁਦਰਤੀ ਚੀਜ਼ ਹੈ, ਇਹਦੇ ਸਾਹਮਣੇ ਬੰਦਾ ਨਹੀਂ ਲੜ ਸਕਦਾ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ, ਬਿਜਲੀ ਕੜਕੇ ਬੰਦੇ ਕੋਲ ਇੰਤਜ਼ਾਮ ਨਹੀਂ, ਭੂਕੰਪ ਆ ਜਾਏ ਬੰਦੇ ਕੋਲ ਕੋਈ ਇੰਤਜ਼ਾਮ ਨਹੀਂ ਹੈ, ਸਾਗਰ ਵਿੱਚ ਲਹਿਰਾਂ ਉੱਠ ਜਾਣ ਬੰਦੇ ਕੋਲ ਕੋਈ ਇੰਤਜ਼ਾਮ ਨਹੀਂ, ਤੂਫਾਨ ਕੋਈ ਆਉਂਦਾ ਇਨਸਾਨ ਕੋਲ ਇੰਤਜ਼ਾਮ ਨਹੀਂ। ਜੋ ਕੁਦਰਤੀ ਤਾਕਤ ਹੈ ਉਹਦੇ ਸਾਹਮਣੇ ਝੁਕਣਾ ਹੀ ਪੈਂਦਾ ਹੈ, ਉਹਦੇ ਸਾਹਮਣੇ ਹੱਥ ਜੋੜ ਕੇ ਕਹਿਣਾ ਪੈਂਦਾ ਵਾਹਿਗੁਰੂ ਹੁਣ ਤੂੰ ਰੱਖ ਹੈ। ਤੇ ਐਸਾ ਨਹੀਂ ਜਿਹਨੇ ਹੱਥ ਜੋੜ ਦਿੱਤੇ, ਜਿਹਨੇ ਕਹਿ ਦਿੱਤਾ ਵੀ ਤੂੰ ਮੇਰਾ ਰਾਖਾ ਸਭਨੀ ਥਾਈ, ਤੇ ਡਰ ਖਤਮ ਹੁੰਦਾ ਹੈ। ਇਸ ਲਈ ਮਹਾਰਾਜ ਨੇ ਇਹ ਤਾਂ ਕਿਹਾ ਕਿ ਇਹ ਸਾਗਰ ਸੋਈ ਤਰੈ, ਇਸ ਸਾਗਰ ਨੂੰ ਉਹ ਤਰੇਗਾ ਕੌਣ? ਜੋ ਹਰ ਗੁਣ ਗਾਏ, ਜੋ ਵਾਹਿਗੁਰੂ ਦੇ ਗੁਣ ਗਾਵੇ, ਜੋ ਪ੍ਰਮਾਤਮਾ ਦੇ ਗੁਣ ਗਾਏ, ਜੋ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰੇ, ਜਿਹਨੇ ਆਪਣਾ ਮਨ ਸਿਮਰਨ ਵਿੱਚ ਜੋੜ ਲਿਆ ਇਸ ਭਵ ਸਾਗਰ ਨੂੰ ਪਾਰ ਕਰਨ ਵਾਸਤੇ। ਇੰਨਾ ਕੁ ਤੇ ਕਰਨਾ ਪਏਗਾ, ਲੇਕਿਨ ਗਾਉਣਾ ਵੀ ਕਿਸ ਤਰ੍ਹਾਂ ਹੈ? ਜਦੋਂ ਗਾਉਣ ਦੀ ਗੱਲ ਚੱਲੇਗੀ ਤੇ ਹੋ ਸਕਦਾ ਹੈ ਕਿ ਅਸੀਂ ਬਹੁਤਾਤ ਵਿੱਚੋਂ 99% ਲੋਕ ਕਹਿ ਦੇਣ ਮੈਂ ਤੇ ਨਹੀਂ ਗਾ ਸਕਦਾ, ਮੈਂ ਤੇ ਗਾਉਣਾ ਸਿੱਖਿਆ ਨਹੀਂ ਹੈ, ਮੈਨੂੰ ਸੰਗੀਤ ਨਹੀਂ ਆਉਂਦਾ, ਮੈਨੂੰ ਹਾਰਮੋਨੀਅਮ ਨਹੀਂ ਆਉਂਦਾ, ਮੈਨੂੰ ਤਬਲਾ ਨਹੀਂ ਆਉਂਦਾ, ਮੈਨੂੰ ਗਿਟਾਰ ਨਹੀਂ ਆਉਂਦਾ, ਜਾਂ ਮੈਨੂੰ ਕੋਈ ਹੋਰ ਸਾਜ਼ ਨਹੀਂ ਆਉਂਦਾ। ਗਾਣ ਤੋਂ ਬੰਦਾ ਮਨਾ ਕਰ ਦੇਗਾ, ਲੇਕਿਨ ਗਾਉਣ ਦਾ ਸਿਰਫ ਇਹ ਤਰੀਕਾ ਨਹੀਂ ਹੈ, ਗਾਉਣ ਦਾ ਇੱਕ ਹੋਰ ਵੀ ਤਰੀਕਾ ਹੈ। ਮੈਂ ਇੱਕ ਐਗਜ਼ਾਮਪਲ ਦੇਣ ਲੱਗਾ। ਅਗਰ ਤੁਸੀਂ ਕਿਸੇ ਦੇ ਮੂੰਹੋਂ ਕਿਸੇ ਦੀ ਤਾਰੀਫ ਸੁਣਦੇ ਹੋ ਬਾਰ-ਬਾਰ, ਉਹ ਕਿਸੇ ਦੀ ਤਾਰੀਫ ਬਾਰ-ਬਾਰ ਕਰਦਾ ਹੈ, ਫਰਜ਼ ਕਰੋ ਕੋਈ ਤੁਹਾਡਾ ਮਿੱਤਰ ਹੀ ਹੈ, ਉਹ ਕਿਸੇ ਵੀ ਬੰਦੇ ਦੀ ਤਾਰੀਫ ਕਰੇ ਤੇ ਆਮ ਤੌਰ ਤੇ ਕਹਿ ਦਈਦਾ ਵੀ ਤੂੰ ਫਲਾਣੇ ਦੇ ਬੜੇ ਗੁਣ ਗਾਉਂਦਾ, ਠੇਠ ਪੰਜਾਬੀ 'ਚ ਕਹਿ ਦਈਦਾ ਤੂੰ ਉਸ ਦੇ ਬੜੇ ਗੁਣ ਗਾਉਂਦਾ। ਵੀ ਕੀ ਗੱਲ ਹੈ, ਉਹਨੇ ਤੈਨੂੰ ਕੀ ਦੇ ਦਿੱਤਾ? ਹੁਣ ਗੁਣ ਗਾਉਣ ਵਿੱਚ ਜਦੋਂ ਉਹ ਤਾਰੀਫ ਕਰਦਾ, ਉਹ ਤੇ ਤਾਰੀਫ ਕਰ ਰਿਹਾ, ਉਹ ਤੇ ਵਡਿਆਈ ਕਰ ਰਿਹਾ, ਉਹ ਗਾ ਨਹੀਂ ਰਿਹਾ। ਉਹ ਹਾਰਮੋਨੀਅਮ ਲੈ ਕੇ ਕਿਸੇ ਦੇ ਗੁਣ ਨਹੀਂ ਗਾ ਰਿਹਾ, ਉਹ ਗਿਟਾਰ ਦੇ ਉੱਤੇ ਗੁਣ ਨਹੀਂ ਗਾ ਰਿਹਾ, ਪਰ ਆਪਾਂ ਕਹਿੰਦੇ ਗੁਣ ਗਾਉਣਾ। ਗੁਣ ਗਾਉਣ ਦਾ ਇੱਕ ਅਰਥ ਇਹ ਵੀ ਹੈ ਤਾਰੀਫ ਕਰਨਾ, ਵਡਿਆਈ ਕਰਨਾ। ਅੱਖਰੀ ਅਰਥਾਂ ਵਿੱਚ ਇੱਥੇ ਜੋ ਮਹਾਰਾਜ ਨੇ ਗੱਲ ਕਹੀ ਹੈ, ਅਗਰ ਆਪਾਂ ਲਈਏ ਕਿ ਸੰਗੀਤ ਵਿੱਚ ਹਾਰਮੋਨੀਅਮ ਨਾਲ ਪਰਮਾਤਮਾ ਦੇ ਗੁਣ ਗਾਉਣੇ ਨੇ ਤੇ 99% ਬੰਦਾ ਸੋਚੇਗਾ ਅਸੀਂ ਤਾਂ ਗਾ ਨਹੀਂ ਸਕਦੇ, ਫਿਰ ਸਾਡੇ ਲਈ ਇਹ ਹੈ ਹੀ ਨਹੀਂ। ਨਹੀਂ, ਇਹ ਤਾਂ 100% ਲੋਕਾਂ ਲਈ ਹੈ, ਕਿਉਂਕਿ ਤਾਰੀਫ ਸਾਰੇ ਕਰ ਸਕਦੇ ਨੇ, ਤਾਰੀਫ ਸਾਰੇ ਕਰ ਸਕਦੇ ਨੇ। ਕਿਸੇ ਨੂੰ ਦਿਮਾਗ ਬਹੁਤ ਵਧੀਆ ਦਿੱਤਾ ਹੈ, ਲੋਕ ਕਹਿ ਸਕਦੇ ਨੇ ਵਾਹਿਗੁਰੂ ਦੀ ਬਖਸ਼ਿਸ਼ ਹੈ। ਕਿਸੇ ਨੂੰ ਬਹੁਤ ਜ਼ਿਆਦਾ ਸੋਝੀ ਹੈ, ਕਿਸੇ ਨੂੰ ਬਹੁਤ ਜ਼ਿਆਦਾ ਗਿਆਨ ਹੈ, ਬੰਦਾ ਤਾਰੀਫ ਕਰ ਸਕਦਾ ਪਰਮਾਤਮਾ ਦੀ ਵੀ, ਪਰਮਾਤਮਾ ਦੀ ਕਿਰਪਾ ਹੈ ਇਹ ਸਾਰਾ ਗਿਆਨ ਮਿਲਿਆ। ਕਿਸੇ ਨੂੰ ਸੁੱਖ ਜ਼ਿਆਦਾ ਮਿਲ ਗਏ ਨੇ, ਬੰਦਾ ਪਰਮਾਤਮਾ ਦੀ ਤਾਰੀਫ ਕਰ ਸਕਦਾ, ਵਾਹਿਗੁਰੂ ਦੀ ਕਿਰਪਾ ਹੈ, ਉਹਦੇ ਗੁਣ ਗਾਈਏ, ਉਹਦੀ ਤਾਰੀਫ ਕਰੀਏ। ਇਸ ਭਵ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ, ਮੁਸ਼ਕਿਲ ਨਹੀਂ ਹੈ, ਲੇਕਿਨ ਤਰੀਕਾ ਸਹੀ ਅਪਣਾਉਣਾ ਪਏਗਾ। ਰੱਬ ਦੇ ਹੀ ਗੁਣ ਗਾਉਣੇ ਪੈਣਗੇ, ਫਿਰ ਭਵ ਸਾਗਰ ਪਾਰ ਹੋਣਾ। ਲੇਕਿਨ ਤਾਰੀਫ ਕਰਨਾ ਵੀ ਮਨੋਂ, ਦਿਲ ਤੋਂ। ਬਾਣੀ ਵਿੱਚ ਗਾਉਣ ਦੇ ਕਈ ਤਰੀਕੇ ਨੇ। ਇੱਕ ਬਚਨ ਹੈ ਧਨਾਸਰੀ ਰਾਗ ਵਿੱਚ, ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਣਾ ਸਗਲ ਵਸਤਾਂ ਕੈ ਜਾਕਾ ਸਤਿਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ। ਹੁਣ ਗਲੇ ਤੋਂ ਕੋਈ ਗਾਏ, ਕੋਈ ਜ਼ੁਬਾਨ ਤੋਂ ਗਾ ਲਏ, ਲੇਕਿਨ ਇੱਥੇ ਤੇ ਆਤਮ ਰੰਗ ਵਿੱਚ ਗਾਉਣਾ ਹੈ। ਕਈ ਕਹਿੰਦੇ ਮਨ ਕਰਕੇ ਸਿਮਰਨ ਕਰਨਾ ਚਾਹੀਦਾ, ਪਰ ਇਸ ਤੋਂ ਵੀ ਅੱਗੇ ਗੱਲ ਜਾ ਰਹੀ ਹੈ। ਹੁਣ ਇਹ ਆਤਮ ਰੰਗ ਕੀ ਹੈ? ਮਹਾਰਾਸ਼ਟਰ ਦੀ ਕਹਾਣੀ ਹੈ। ਕਹਿੰਦੇ ਨੇ ਕੋਈ ਦੁੱਧ ਵੇਚਣ ਵਾਲੀ ਇੱਕ ਮਾਈ ਨਦੀ ਪਾਰ ਕਰਕੇ ਰੋਜ਼ ਦੁੱਧ ਵੇਚਣ ਜਾਂਦੀ ਸੀ। ਨਦੀ ਪਾਰ ਕਰਕੇ ਜਾਣਾ ਉਸਨੇ। ਰਸਤੇ ਵਿੱਚ ਇੱਕ ਦਿਨ ਸਤਸੰਗ ਹੋ ਰਿਹਾ ਸੀ, ਬਾਰਿਸ਼ ਪੈਣ ਕਰਕੇ ਉੱਥੇ ਰੁਕ ਗਈ ਵੀ, ਚਲੋ ਜਿਤਨਾ ਦੇਰ ਬਾਰਿਸ਼ ਪੈਂਦੀ ਹੈ ਮੈਂ ਰੁਕ ਜਾਂਦੀ ਹਾਂ। ਅਤੇ ਸਤਸੰਗ ਵਿੱਚ ਉਹਨੇ ਇੱਕ ਗੱਲ ਸੁਣੀ, ਜਿਹੜੇ ਮਹਾਂਪੁਰਸ਼ ਗੱਲ ਕਰ ਰਹੇ ਸਨ। ਉਹ ਕਹਿੰਦੇ ਸਨ ਵੀ ਜਿਹੜਾ ਨਾਮ ਜਪਦਾ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ। ਉਹਨੇ ਇਤਨੀ ਗੱਲ ਸੁਣੀ, ਉਹਨੇ 'ਚ ਬਾਰਿਸ਼ ਰੁਕੀ, ਲੇਕਿਨ ਉਹ ਨਦੀ ਦੇ ਕਿਨਾਰੇ ਜਦੋਂ ਗਈ, ਦੇਖਿਆ ਵੀ ਪਰਲੇ ਪਾਸੇ ਜਿਹੜਾ ਕਿਸ਼ਤੀ ਲੈ ਗਿਆ ਸੀ ਉਹ ਵਾਪਸ ਨਹੀਂ ਆਇਆ। ਇੱਧਰ ਕਿਸ਼ਤੀ ਕੋਈ ਨਹੀਂ ਹੈ, ਹੁਣ ਉਹ ਪਾਰ ਕਿਸ ਤਰ੍ਹਾਂ ਜਾਏ? ਸ਼ਾਮ ਦਾ ਸਮਾਂ ਹੋ ਗਿਆ, ਉਹਦੇ ਧਿਆਨ ਵਿੱਚ ਆਇਆ ਵੀ ਸਤਸੰਗ ਵਿੱਚ ਮਹਾਂਪੁਰਸ਼ ਕਹਿ ਰਹੇ ਸੀ
ਕਿ ਜਿਹੜਾ ਨਾਮ ਜਪਦਾ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ। ਉਹਨੇ ਅੱਖਾਂ ਬੰਦ ਕੀਤੀਆਂ, ਰਾਮ ਰਾਮ ਆਖਿਆ, ਨਦੀ ਪਾਰ ਕਰ ਗਈ। ਹੁਣ ਉਹਨੇ ਸੋਚਿਆ ਵੀ ਇਹ ਜਿਹੜੇ 2 ਪੈਸੇ ਰੋਜ਼ ਨਦੀ ਵਾਲੇ ਨੂੰ ਦੇਣੇ ਨੇ, ਇਹਦੀ ਵੀ ਕੀ ਲੋੜ ਹੈ, ਇਹ ਵੀ ਸੇਵ ਕਰੋ। ਹੁਣ ਉਹਨੇ ਰੋਜ਼ ਰਾਮ ਰਾਮ ਕਰਨਾ, ਨਦੀ ਪਾਰ ਕਰਕੇ ਦੁੱਧ ਵੇਚ ਕੇ ਫਿਰ ਰਾਮ ਰਾਮ ਕਰਨਾ ਔਰ ਪਾਰ ਚਲੇ ਜਾਣਾ। 2 ਦਿਨ ਬਾਅਦ ਉਹਦੇ ਮਨ ਵਿੱਚ ਆਈ ਕਿ ਇਹਨਾਂ ਦੇ ਕਰਕੇ, ਮਹਾਂਪੁਰਸ਼ਾਂ ਦੇ ਕਰਕੇ ਮੇਰੇ ਕੋਲ ਸ਼ਕਤੀ ਆ ਗਈ ਕਿ ਮੈਂ ਰਾਮ ਰਾਮ ਕਰਦੀ ਹਾਂ ਔਰ ਨਦੀ ਪਾਰ ਕਰ ਲੈਂਦੀ ਹਾਂ। ਘੱਟੋ ਘੱਟ ਇਹਨਾਂ ਦਾ ਧੰਨਵਾਦ ਤੇ ਕਰਨਾ ਚਾਹੀਦਾ, ਇਹਨਾਂ ਨੂੰ ਮੈਂ ਘਰ ਇੱਕ ਦਿਨ ਪ੍ਰਸ਼ਾਦਾ ਛਕਾਵਾਂ। ਉਸ ਦਿਨ ਉਹ ਸਤਸੰਗ ਵਿੱਚ ਰੁਕ ਗਈ। ਰੁਕਣ ਸਤਸੰਗ ਸਮਾਪਤ ਹੋਇਆ। ਉਹ ਕਹਿਣ ਲੱਗੇ, ਮਹਾਂਪੁਰਸ਼ੋ ਕੱਲ੍ਹ ਤੁਹਾਡਾ ਮੇਰੇ ਘਰ ਪ੍ਰਸ਼ਾਦਾ। ਕਹਿਣ ਲੱਗੇ, ਬੇਟਾ ਠੀਕ ਹੈ। ਅਗਲੇ ਦਿਨ ਉਹ ਆਈ। ਸੰਜੋਗ ਨਾਲ ਉਸ ਦਿਨ ਫਿਰ ਬਾਰਿਸ਼ ਪੈ ਗਈ, ਅਤੇ ਬਾਰਿਸ਼ ਅਗਰ ਪਵੇ ਤਾਂ ਕਸ਼ਤੀ ਦੇ ਵਿੱਚ ਪਾਣੀ ਭਰ ਜਾਂਦਾ ਹੈ, ਅਤੇ ਮਲਾਹ ਜਾਂ ਕਸ਼ਤੀ ਚਲਾਉਣ ਵਾਲੇ ਆਪੋ ਆਪਣੇ ਘਰ ਚਲੇ ਜਾਂਦੇ ਨੇ। ਉਹ ਕਹਿੰਦੇ ਨੇ ਵੀ ਅੱਜ ਕੋਈ ਆਏਗਾ ਹੀ ਨਹੀਂ। ਉਸ ਦਿਨ ਵੀ ਐਸਾ ਹੀ ਹੋਇਆ, ਕੋਈ ਮਲਾਹ ਨਹੀਂ ਆਇਆ, ਕੋਈ ਕਸ਼ਤੀ ਚਲਾਉਣ ਵਾਲਾ ਨਹੀਂ ਆਇਆ। ਹੁਣ ਉਹ ਮਾਈ ਇਕੱਲੀ ਨਹੀਂ ਹੈ, ਨਾਲ ਉਹ ਮਹਾਂਪੁਰਸ਼ ਵੀ ਨੇ, ਜਿਨ੍ਹਾਂ ਨੇ ਪ੍ਰਵਚਨ ਵਿੱਚ ਕਿਹਾ ਕਿ ਰਾਮ ਰਾਮ ਕਹੀਏ, ਨਾਮ ਜਪੀਏ ਤੇ ਭਵ ਸਾਗਰ ਤੋਂ ਪਾਰ ਹੋ ਜਾਈਦਾ। ਉਹ ਕਿਸ਼ਤੀ ਹੈ ਨਹੀਂ ਹੈ, ਉਹ ਬੈਠ ਕੇ ਕਿਨਾਰੇ। ਤੇ ਮਾਈ ਕਹਿਣ ਲੱਗੀ, ਮਹਾਂਪੁਰਸ਼ ਬੈਠੇ ਕਿਉਂ, ਚਲੋ ਚੱਲੀਏ। ਕਹਿੰਦੇ, ਬੇਟਾ ਕਿਸ਼ਤੀ ਤੇ ਆਣ ਦੇ। ਕਹਿੰਦੇ, ਕਿਸ਼ਤੀ ਦੀ ਕੀ ਲੋੜ ਹੈ, ਤੁਸੀਂ ਪ੍ਰਵਚਨ ਵਿੱਚ ਕਹਿੰਦੇ ਹੋ, ਤੁਹਾਨੂੰ ਹੀ ਯਾਦ ਨਹੀਂ ਹੈ। ਰਾਮ ਰਾਮ ਕਰਾਂਗੇ ਪਾਰ ਹੋ ਜਾਵਾਂਗੇ। ਨੇ ਬੇਟਾ ਉਹ ਤਾਂ ਪ੍ਰਵਚਨ ਹੈ, ਇੰਝ ਥੋੜ੍ਹੀ ਪਾਰ ਕਰ ਸਕਦੇ ਹਾਂ, ਡੁੱਬ ਜਾਵਾਂਗੇ। ਕਹਿੰਦੇ, ਨਹੀਂ ਮੈਂ ਤੇ ਰੋਜ਼ ਇਸ ਤਰ੍ਹਾਂ ਹੀ ਕਰਦੀ ਹੈ, 3 ਦਿਨ ਤੋਂ ਇਹੀ ਚੱਲ ਰਿਹਾ। ਹੁਣ ਉਹ ਸੋਚੀ ਪੈ ਗਏ ਵੀ ਅਗਰ ਮਨਾ ਕਰਦੇ ਨੇ ਫਿਰ ਗੜਬੜ ਹੁੰਦੀ ਹੈ, ਕਿਉਂਕਿ ਮੂੰਹੋਂ ਗੱਲ ਕਹੀ ਹੈ। ਹੁਣ ਉਹ ਤੁਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਉਹਨਾਂ ਨੇ 1 ਕਦਮ ਅੱਗੇ ਰੱਖਿਆ 4 ਇੰਚ ਪਾਣੀ ਵਿੱਚ, ਦੂਸਰਾ ਕਦਮ ਰੱਖਿਆ 8 ਇੰਚ ਪਾਣੀ ਵਿੱਚ, ਲੇਕਿਨ ਉਹ ਰਾਮ ਰਾਮ ਕਰਦੀ ਉਹ ਪਾਣੀ ਦੇ ਉੱਤੇ ਤੁਰਦੀ ਜਾ ਰਹੀ ਹੈ। ਤੀਜਾ ਕਦਮ ਉਹਨਾਂ ਨੇ ਰੱਖਿਆ 1.5 ਫੁੱਟ ਪਾਣੀ ਵਿੱਚ। ਹੋਏ ਬੇਟਾ ਮੈਂ ਤਾਂ ਡੁੱਬ ਜਾਵਾਂਗਾ, ਮੈਂ ਨਹੀਂ ਜਾ ਰਿਹਾ। ਕਹਿਣਗੇ, ਮਹਾਂਪੁਰਸ਼ੋ ਚਿੰਤਾ ਨਾ ਕਰੋ। ਉਹਨੇ ਨਹੀਂ ਦੇਖਿਆ ਵੀ ਪਿੱਛੇ ਡੁੱਬ ਰਹੇ ਨੇ, ਉਹਨੇ ਹੱਥ ਫੜਿਆ। ਕਹਿੰਦੇ, ਨਹੀਂ ਕੋਈ ਗੱਲ ਨਹੀਂ, ਆ ਜਾਓ। ਹੱਥ ਫੜਿਆ, ਨਾਲ ਹੀ ਲੈ ਗਈ। ਲੇਕਿਨ ਜਦੋਂ ਘਰ ਜਾ ਕੇ ਉਹ ਪ੍ਰਸ਼ਾਦਾ ਛਕਾਉਣ ਲੱਗੀ, ਅਦਬ ਨਾਲ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛਕਾ ਕੇ ਉਹਨੇ ਜਦ ਆਸ਼ੀਰਵਾਦ ਲੈਣਾ ਚਾਹਿਆ ਨਾ, ਤੇ ਉਹ ਮਹਾਂਪੁਰਸ਼ ਖੜੇ ਹੋ ਗਏ। ਕਹਿਣ ਲੱਗੇ, ਬੇਟਾ ਆਸ਼ੀਰਵਾਦ ਮੈਂ ਤੈਨੂੰ ਨਹੀਂ ਦੇ ਸਕਦਾ, ਤੂੰ ਮੈਨੂੰ ਦੇ। ਇੱਕ ਵਾਰੀ ਪਿਆਰ ਨਾਲ ਆਖੋ, ਸਤਨਾਮ। ਤੇ ਜਿਸ ਵੇਲੇ ਪਾਣੀ ਮੰਗਿਆ, ਮੇਰੇ ਪਤੀ ਭਗਤ ਸਨ, ਸਿਮਰਨ ਕਰਨ ਵਾਲੇ ਸਨ, ਨਾਮ ਜਪਣ ਵਾਲੇ ਸਨ, ਨਾਮ ਦੇ ਰਸੀਏ ਸਨ। ਜਦੇ ਚਿਰ ਵਿੱਚ ਮੈਂ ਪਾਣੀ ਲੈ ਕੇ ਆਈ, ਉਹਨਾਂ ਚਿਰ ਵਿੱਚ ਉਹ ਸੌਂ ਗਏ। ਉਹਨਾਂ ਨੂੰ ਨੀਂਦ ਆ ਗਈ। ਤੇ ਮੈਂ ਸੋਚਿਆ ਹੁਣ ਉਠਾਵਾਂਗੀ ਤਾਂ ਵੀ ਗਲਤ ਹੈ, ਕਿਉਂਕਿ ਨੀਂਦ ਟੁੱਟੇਗੀ। ਤੇ ਜੇ ਮੈਂ ਸੌਂ ਜਾਵਾਂ, ਇਹਨਾਂ ਨੂੰ ਫਿਰ ਪਿਆਸ ਲੱਗੇਗੀ, ਉੱਠਣਗੇ, ਪਾਣੀ ਮੰਗਣਗੇ, ਮੈਂ ਫਿਰ ਨਹੀਂ ਦੇ ਪਾਵਾਂਗੀ, ਉਹ ਵੀ ਗਲਤ ਹੈ। ਕਹਿੰਦੇ, ਮੈਂ ਸਾਰੀ ਰਾਤ ਸਰਾਣੇ ਖਲੋਤੀ ਰਹੀ। ਤੇ ਉਹ ਨੀਂਦ ਵਿੱਚ ਵੀ ਸਿਮਰਨ ਕਰਦਿਆਂ ਕਰਦਿਆਂ ਉਹਨਾਂ ਦਾ ਸਮਾਂ ਬੀਤਿਆ। ਜਦੋਂ ਉਹ ਸਵੇਰੇ ਉੱਠੇ ਤੇ ਉਹਨਾਂ ਨੇ ਮੈਨੂੰ ਪਾਣੀ ਦਾ, ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈਂ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾ ਹਨੇਰੇ ਕੋਏ ਨ ਜਾਣੇ ਤੁਮਰਾ ਅੰਤ ਊਚੇ ਤੇ ਊਚ ਅਗਲ ਸਮਗਰੀ ਤੁਮਰੇ ਸੁਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਤੁਮਰੀ ਗਤ ਹੀ ਜਾਨੇ ਨਾਨਕ ਦਾ ਸਦਾ ਕੁਮ ਬੋਲਾਂ ਨਾਮ ਸ੍ਰੀ ਸੁਖ ਦਾਤਾ ਤੈ ਪਹਿਨੋ ਤਿਸ ਅਰਦਾਸ ਮੇਰ ਕੇ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਵੰਜ ਕੇ ਛਕਿਆ ਦੇਖ ਚਲਾਈ ਤੇਗ ਵਹਾਈ ਦੇ ਕੰਨ ਕੀਤਾ ਤਿਨਾਂ ਗੁਰੂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਦਰਖਾਸਾ ਸਾਹਿਬ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਣੀਆਂ ਨੇ ਧਰਮ ਵਿਸੇ ਦਿੱਤੇ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਗੁਰਦੁਆਰਾ ਨਨਕਾਣਾ ਸਾਹਿਬ ਤਨ ਸਾਹਿਬ ਗੁਰੂ ਕਾ ਬਾਗ ਪੰਜਾ ਸਾਹਿਬ ਗੁਰਦੁਆਰਾ ਗੰਗਸਰ ਵਿਖੇ ਅਸੇ ਤੇ ਆ ਕਹਿ ਕੇ ਸਹਾਰ ਦੇ ਉਹ ਸ਼ਹੀਦ ਮਾਸੂਮ ਬੱਚਿਆਂ ਦੇ ਟੁਕੜੇ ਟੁਕੜੇ ਕਰਾ ਕੇ ਗਲਾਂ ਦੇ ਹਾਰ ਪਏ ਉਬਲਦੀਆਂ ਦੇਗਾਂ ਤੇ ਉਬਾਲੇ ਗਏ ਖੋਪਰੀਆਂ ਲੋਹੀਆਂ ਚੜਖਣੀਆਂ ਤੇ ਚੜੇ ਬੰਦ ਬੰਦ ਕਜਵਾਰਿਆਂ ਤਾਂ ਅੰਜਰਾ ਕੇ ਸਦਕ ਨਹੀਂ ਹਾਰਿਆ ਸਿੱਖੀ ਗਏ ਸਾਂ ਸਵਾਸਾਂ ਸੰਗ ਨੇ ਭਾਈ ਤਿੰਨਾਂ ਸ਼ਹੀਦ ਸਿੰਘਾਂ ਸਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਦਰਖਾਸਾ ਸਾਹਿਬ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਖਾਸਾ ਸਾਹਿਬ ਬੋਲੋ ਜੀ ਵਾਹਿ। ਪ੍ਰਥਮ ਸਮਾ ਖਾਲਸੇ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਸਾਹਿਬ ਜੀਓ ਤਹਾਂ ਤਹਾਂ ਦੇਖ ਦੇਖ ਫਤਿਹ ਬੇਦ ਕੀ ਪੈ ਪਨ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਕੇ ਬੋਲ ਬਾਲੇ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਹੈ ਅਕਾਲ ਪੁਰਖ ਆਪ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿਤ ਦਾਨ ਮਹਾਦਾਨ ਵਿਵੇਕ ਦਾਨ ਦਾਨਾ ਸੇ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ ਚੌਗੀਆਂ ਝੰਡੇ ਬੁੰਗੀ ਜਗਹ ਜੁਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਵਾਹਿ। ਹੈ ਨਮਾ ਵਾਹਿਗੁਰੂ 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 ਵਾਹਿਗੁਰੂ